ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਮੇਰੇ ਦੋਸਤਾਂ ਮਿੱਤਰਾਂ ਨੂੰ ਮੈਨੂੰ ਹੁਕਮ ਹੋਇਆ ਕਿ ਮੈਂ ਆਪਣੀ ਕਹਾਣੀ ਪੇਸ਼ ਕਰਾਂ। ਮੇਰੀ ਕਹਾਣੀ ਦਾ ਨਾਂ ਹੈ ਦੋ ਕੱਪ ਚਾਹ। ਇਹ ਕਹਾਣੀ ਦੇ ਬਾਰੇ ਮੈਂ ਕੁਝ ਦੱਸਾਂ ਤੁਹਾਨੂੰ। ਇਹ ਬਸ ਕਹਾਣੀਆਂ ਤੇ ਸਾਰੀਆਂ ਵਾਤਾਵਰਨ ਦੇ ਵਿੱਚ ਆਲੇ ਦੁਆਲੇ ਘੁੰਮਦੀਆਂ ਰਹਿੰਦੀਆਂ ਨੇ। ਸਿਰਫ ਤੁਹਾਨੂੰ ਫੜਨ ਦੀ ਗੱਲ ਹੈ। ਕੋਈ ਕਹਾਣੀ ਤੁਹਾਨੂੰ ਫੜ ਲਵੇ ਜਾਂ ਤੁਸੀਂ ਕਹਾਣੀ ਨੂੰ ਫੜ ਲਓ ਤੇ ਫਿਰ ਉਸ ਨੂੰ ਲਿਖ ਦਿਓ। ਇਸੇ ਤਰ੍ਹਾਂ ਇਹ ਦੋ ਕੱਪ ਚਾਹ ਇੱਕ ਪਰਸਨਲ ਐਕਸਪੀਰੀਅੰਸ ਵੀ ਇਹਦੇ 'ਚ ਹੈਗਾ, ਦੋਸਤਾਂ ਦਾ ਐਕਸਪੀਰੀਅੰਸ ਵੀ ਹੈ, ਕੁਝ ਹੋਰ ਤਜਰਬੇ ਵੀ ਇਹਦੇ ਵਿੱਚ ਹੈਗੇ ਨੇ। ਤੇ ਇਹ ਕਹਾਣੀ ਹੈ ਦੋ ਕੱਪ ਚਾਹ। ਉਸਨੇ ਫਿਰ ਦੋ ਕੱਪ ਚਾਹ ਵੱਲ ਨਜ਼ਰ ਮਾਰੀ। ਉਸ ਦਾ ਅੰਦਰ ਕੰਬ ਗਿਆ। ਉਸਨੇ ਆਰਡਰ ਹੀ ਦੋ ਕੱਪ ਚਾਹ ਦੇ ਕੀਤਾ ਸੀ। ਬਾਹਰ ਦਰਵਾਜ਼ੇ ਤੇ ਫਿਰ ਨਜ਼ਰ ਮਾਰੀ। ਲੋਕ ਅਜੇ ਵੀ ਉਸ ਦਰਵਾਜ਼ੇ ਰਾਹੀਂ ਆ ਜਾ ਰਹੇ ਸਨ। ਉਸ ਦਾ ਦੋਸਤ ਨਹੀਂ ਸੀ ਆ ਰਿਹਾ। ਉਸ ਦੀਆਂ ਅੱਖਾਂ ਭਰ ਆਈਆਂ। ਉਸ ਦਾ ਜੀ ਕੀਤਾ ਉਹ ਜ਼ੋਰ ਦੀ ਚੀਕਾਂ ਮਾਰ ਕੇ ਰੋਵੇ। ਉਸ ਦੀ ਇੱਕ ਹਿਚਕੀ ਜਿਹੀ ਨਿਕਲੀ ਤੇ ਥੋੜਾ ਜਿਹਾ ਰੋਣ ਵੀ ਨਿਕਲਿਆ। ਉਸ ਦੇ ਆਲੇ ਦੁਆਲੇ ਮੇਜ਼ਾਂ ਤੇ ਬੈਠੇ ਲੋਕ ਉਸ ਨੂੰ ਹੈਰਾਨੀ ਨਾਲ ਦੇਖਣ ਲੱਗੇ। ਉਸ ਨੇ ਆਪੇ ਨੂੰ ਸੰਭਾਲਿਆ। ਆਲੇ ਦੁਆਲੇ ਬੈਠੇ ਲੋਕਾਂ ਨੂੰ ਇੱਕ ਝੂਠੀ ਜਿਹੀ ਮੁਸਕਰਾਹਟ ਦਿੱਤੀ। ਆਪਣਾ ਦੋ ਪਹੀਆਂ ਵਾਲਾ ਸੂਟਕੇਸ ਸੰਭਾਲਿਆ, ਆਪਣਾ ਹੈਂਡਬੈਗ ਮੋਢੇ ਤੇ ਲਟਕਾਇਆ ਤੇ ਜਲਦੀ ਨਾਲ ਉਸ ਦਰਵਾਜ਼ੇ ਵਿੱਚੋਂ ਬਾਹਰ ਨਿਕਲ ਗਈ ਜਿਸ ਦਰਵਾਜ਼ੇ ਵਿੱਚੋਂ ਉਹ ਦੋਸਤ ਦੇ ਅੰਦਰ ਆਉਣ ਦੀ ਆਸ ਲਗਾਈ ਬੈਠੀ ਸੀ। ਉਹ ਜਦੋਂ ਵੀ ਆਪਣੇ ਛੋਟੇ ਬੇਟੇ ਕੋਲ ਅਮਰੀਕਾ ਵਿੱਚ ਛੁੱਟੀਆਂ ਕੱਟ ਕੇ ਵਾਪਸ ਆਸਟ੍ਰੇਲੀਆ ਆਉਂਦੀ ਸੀ ਤਾਂ ਹਰ ਵਾਰ ਉਸ ਦਾ ਦੋਸਤ ਉਸ ਨੂੰ ਜੀ ਆਇਆਂ ਨੂੰ ਕਹਿਣ ਲਈ ਸਿਡਨੀ ਏਅਰਪੋਰਟ ਤੇ ਪਹੁੰਚਿਆ ਹੁੰਦਾ। ਉਹ ਜਿਉਂ ਹੀ ਕਸਟਮ ਕਲੀਅਰ ਕਰਵਾ ਕੇ ਬਾਹਰ ਨਿਕਲਦੀ, ਉਹ ਉਸ ਨੂੰ ਸਾਹਮਣੇ ਦਿਸ ਪੈਂਦਾ। ਇੱਕ ਖੂਬਸੂਰਤ ਜਿਹਾ ਆਦਮੀ ਹੱਥਾਂ ਵਿੱਚ ਫੁੱਲਾਂ ਦਾ ਗੁਲਦਸਤਾ ਲਈ ਉਸ ਦੀ ਰਾਹ ਵੇਖ ਰਿਹਾ ਹੁੰਦਾ। ਉਹ ਦੌੜ ਕੇ ਉਸ ਦੀਆਂ ਬਾਹਾਂ ਵਿੱਚ ਸਮਾ ਜਾਂਦੀ। ਉਸ ਨੂੰ ਯਾਦ ਆਇਆ ਜਦੋਂ ਪਹਿਲੀ ਵਾਰੀ ਉਸ ਨੂੰ ਲੈਣ ਵਾਸਤੇ ਏਅਰਪੋਰਟ ਤੇ ਆਇਆ ਸੀ। ਹੱਥਾਂ ਵਿੱਚ ਬਹੁਤ ਹੀ ਸੋਹਣਾ ਉਸਦੇ ਮਨ ਭਾਉਂਦੇ ਫੁੱਲਾਂ ਦਾ ਗੁਲਦਸਤਾ ਤੇ ਅੱਖਾਂ ਵਿੱਚ ਇੱਕ ਅਜੀਬ ਜਿਹਾ ਪਿਆਰ ਦਾ ਨਸ਼ਾ। ਕੁਝ ਦਿਨ ਪਹਿਲਾਂ ਜਦੋਂ ਆਪਣੇ ਬੇਟੇ ਕੋਲ ਕ੍ਰਿਸਮਸ ਦੀਆਂ ਛੁੱਟੀਆਂ ਮਨਾ ਰਹੀ ਸੀ ਤਾਂ ਉਸ ਦੇ ਦੋਸਤ ਨੂੰ ਉਸਨੇ ਫੋਨ ਤੇ ਦੱਸਿਆ ਸੀ ਕਿ ਉਸ ਦੇ ਦੋਸਤ ਨੇ ਉਸ ਦੀ ਜ਼ਿੰਦਗੀ ਦੀ ਇੱਕ ਖਾਸ਼ ਪੂਰੀ ਕਰ ਦਿੱਤੀ ਹੈ। ਮਤਲਬ ਕਿ ਉਸਨੇ ਮਰਸੀਡੀਜ਼ ਕਾਰ ਖਰੀਦ ਲਈ ਹੈ। ਜਦੋਂ ਉਸਦਾ ਪਤੀ ਜਿਉਂਦਾ ਸੀ ਤਾਂ ਉਸਨੇ ਕਈ ਵਾਰੀ ਮਰਸੀਡੀਜ਼ ਕਾਰ ਖਰੀਦਣ ਦੀ ਖਾਸ਼ ਜ਼ਾਹਰ ਕੀਤੀ ਸੀ, ਪਰ ਕੁਝ ਮਜਬੂਰੀਆਂ ਕਾਰਨ ਉਹ ਮਰਸੀਡੀਜ਼ ਕਾਰ ਨਹੀਂ ਸੀ ਖਰੀਦ ਸਕਿਆ। ਹਾਂ, ਉਸਨੇ ਇੱਕ ਛੋਟੀ ਕਾਰ ਟੋਇਟਾ ਕਰੋਲਾ ਜ਼ਰੂਰ ਲੈ ਦਿੱਤੀ ਸੀ ਜਿਸ ਤੇ ਉਹ ਸਕੂਲ ਬੱਚਿਆਂ ਨੂੰ ਪੜ੍ਹਾਉਣ ਜਾਂਦੀ ਹੁੰਦੀ ਸੀ ਤੇ ਇੰਜ ਆਪਣੀ ਨੌਕਰੀ ਕਰਦੀ ਸੀ। ਅੱਜ ਵੀ ਇਸੇ 12 ਸਾਲ ਪੁਰਾਣੀ ਕਾਰ ਤੇ ਸਕੂਲ ਜਾਂਦੀ ਹੈ। ਕਈ ਦੋਸਤਾਂ ਮਿੱਤਰਾਂ ਨੇ ਉਸ ਨੂੰ ਇਹ ਪੁਰਾਣੀ ਕਾਰ ਵੇਚ ਕੇ ਨਵੀਂ ਕਾਰ ਲੈਣ ਦੀ ਸਲਾਹ ਦਿੱਤੀ, ਪਰ ਉਸਨੇ ਕਿਸੇ ਦੀ ਨਾ ਮੰਨੀ। ਸਭ ਨੂੰ ਦੱਸੇ ਕਿ ਉਹ ਉਸਦੇ ਪਤੀ ਦੀ ਨਿਸ਼ਾਨੀ ਹੈ। ਪਤੀ ਦੀ ਨਿਸ਼ਾਨੀ ਕਦੇ ਵਿਕਾਊ ਨਹੀਂ ਹੋ ਸਕਦੀ। ਹੁਣ ਉਸਦੇ ਦੋਸਤ ਨੇ ਉਸਦੀ ਮਰਸੀਡੀਜ਼ ਕਾਰ ਵਾਲੀ ਖਾਸ਼ ਪੂਰੀ ਕਰ ਦਿੱਤੀ ਸੀ। ਉਹ ਦੌੜ ਕੇ ਆਪਣੇ ਦੋਸਤ ਦੀਆਂ ਬਾਹਾਂ ਵਿੱਚ ਸਿਮਟ ਗਈ। ਫਿਰ ਉਸਦਾ ਦੋਸਤ ਉਸ ਨੂੰ ਨਵੀਂ ਮਰਸੀਡੀਜ਼ ਕਾਰ ਵਿੱਚ ਉਸਦੇ ਘਰ ਲੈ ਆਇਆ। ਜਿਉਂ ਹੀ ਉਸਨੇ ਆਪਣੀ ਘਰ ਦਾ ਦਰਵਾਜ਼ਾ ਖੋਲ੍ਹਿਆ, ਇੱਕ ਖੁਸ਼ੀ ਦੀ ਮਹਿਕ ਉਸਦੇ ਅੰਦਰ ਸਮਾ ਗਈ। ਸਾਰੇ ਘਰ ਦੀ ਸਫਾਈ ਕੀਤੀ ਹੋਈ ਸੀ ਤੇ ਸਾਰੇ ਘਰ ਨੂੰ ਬੜੀ ਖੂਬਸੂਰਤੀ ਨਾਲ ਸਜਾਇਆ ਹੋਇਆ ਸੀ। ਉਸਨੇ ਸਾਹਮਣੀ ਕੰਧ ਉੱਤੇ ਆਪਣੇ ਸਵਰਗਵਾਸੀ ਪਤੀ ਦੀ ਫੋਟੋ ਵੇਖੀ। ਉਸ ਫੋਟੋ ਅੱਗੇ ਇੱਕ ਛੋਟਾ ਜਿਹਾ ਮੇਜ਼ ਪਿਆ ਸੀ। ਉਸ ਮੇਜ਼ ਉੱਤੇ ਉਸਦੇ ਦੋਸਤ ਨੇ ਇੱਕ ਬਹੁਤ ਹੀ ਸੋਹਣਾ ਫੁੱਲਾਂ ਦਾ ਗੁਲਦਸਤਾ ਸਜਾ ਕੇ ਰੱਖਿਆ ਹੋਇਆ ਸੀ। ਉਸਨੇ ਫੁੱਲਾਂ ਨੂੰ ਆਪਣੇ ਹੱਥਾਂ ਵਿੱਚ ਲਿਆ, ਉਹਨਾਂ ਦੀ ਖੁਸ਼ਬੂ ਮਹਿਸੂਸ ਕੀਤੀ। ਇਹ ਫੁੱਲ ਉਸਦੇ ਪਤੀ ਨੂੰ ਬਹੁਤ ਪਸੰਦ ਸਨ। ਉਸਨੇ ਕੰਧ ਉੱਤੇ ਆਪਣੇ ਪਤੀ ਦੀ ਫੋਟੋ ਵੱਲ ਨਿਹਾਰਿਆ। ਫਿਰ ਕੁਝ ਮਿੰਟ ਨਿਹਾਰਦੀ ਰਹੀ। ਉਦੋਂ ਤੱਕ ਨਿਹਾਰਦੀ ਰਹੀ ਜਦੋਂ ਤੱਕ ਉਸਦਾ ਰੋਣ ਨਹੀਂ ਨਿਕਲ ਗਿਆ। ਡੁਸਕਦੀ ਹੋਈ ਨੇ ਫੋਟੋ ਨੂੰ ਸਵਾਲ ਕੀਤਾ, ਤੁਸੀਂ ਕਿਉਂ ਮੈਨੂੰ ਛੱਡ ਗਏ? ਮੈਂ ਹੁਣ ਕਿਸ ਦੇ ਸਹਾਰੇ ਜੀਵਾਂਗੀ? ਉਸਨੇ ਮਹਿਸੂਸ ਕੀਤਾ ਕਿ ਉਸਦੇ ਮੋਢਿਆਂ ਤੇ ਕਿਸੇ ਨੇ ਹੱਥ ਰੱਖੇ ਹਨ। ਇਹ ਉਸਦਾ ਦੋਸਤ ਸੀ। ਉਸਦੇ ਪਤੀ ਨੂੰ ਇਹ ਦੁਨੀਆ ਛੱਡੇ 10 ਸਾਲ ਹੋ ਗਏ ਸਨ ਤੇ ਉਹ ਹਰ ਵਾਰੀ ਕ੍ਰਿਸਮਸ ਦੀਆਂ ਛੁੱਟੀਆਂ ਕੱਟਣ ਆਪਣੇ ਬੇਟੇ ਕੋਲ
ਅਮਰੀਕਾ ਜਾਂਦੀ ਹੁੰਦੀ ਸੀ। ਉਸ ਤੋਂ ਪਹਿਲਾਂ ਕੋਈ 15 ਕੁ ਸਾਲ ਪਹਿਲਾਂ ਉਸ ਦਾ ਬੇਟਾ ਅਤੇ ਉਸ ਦੀ ਨੂੰਹ ਆਪਣੇ ਉਜਲੇ ਭਵਿੱਖ ਲਈ ਸਿਡਨੀ ਵਿੱਚ ਆਏ ਸਨ। ਤੇ ਫਿਰ ਜਦੋਂ ਪੱਕੀ ਤਰ੍ਹਾਂ ਇੱਥੇ ਰਹਿਣ ਲੱਗੇ ਤਾਂ ਉਹਨਾਂ ਦੇ ਜ਼ੋਰ ਪਾਉਣ ਤੇ ਉਹ ਤੇ ਉਸ ਦਾ ਪਤੀ ਇੰਡੀਆ ਵਿੱਚ ਆਪਣਾ ਸਭ ਕੁਝ ਵੇਚ ਵੱਟ ਕੇ ਆਪਣੇ ਪੁੱਤਰ ਕੋਲ ਸਿਡਨੀ ਆ ਗਏ। ਉਹਨਾਂ ਦੇ ਇਸ ਪੁੱਤਰ ਤੋਂ ਸਿਵਾ ਉਹਨਾਂ ਦਾ ਹੋਰ ਹੈ ਹੀ ਕੌਣ ਸੀ। ਸਭ ਕੁਝ ਵਧੀਆ ਚੱਲ ਰਿਹਾ ਸੀ। ਵਾਹਿਗੁਰੂ ਦੀ ਕਿਰਪਾ ਨਾਲ ਉਹ ਤੇ ਉਸ ਦਾ ਪਤੀ ਦੇ 2 ਪੋਤਰਿਆਂ ਦੇ ਦਾਦਾ ਦਾਦੀ ਬਣ ਚੁੱਕੇ ਸਨ। ਇੱਕ ਦਿਨ ਕਿਸਮਤ ਨੇ ਪਲਟਾ ਮਾਰਿਆ, ਉਸਦੇ ਪੁੱਤਰ ਦੀ ਨੌਕਰੀ ਛੁੱਟ ਗਈ। ਪੁੱਤਰ ਨੇ ਕੋਈ 6 ਮਹੀਨੇ ਨਵੀਂ ਨੌਕਰੀ ਲੱਭਣ ਲਈ ਇੱਧਰ ਉੱਧਰ ਟੱਕਰਾਂ ਮਾਰੀਆਂ, ਪਰ ਗੱਲ ਨਾ ਬਣੀ। ਕਿਸਮਤ ਨੇ ਫਿਰ ਪਲਟਾ ਮਾਰਿਆ। ਉਸ ਨੂੰ ਅਮਰੀਕਾ ਦੀ ਇੱਕ ਕੰਪਨੀ ਨੇ ਆਪਣੇ ਕੋਲ ਨਿਊਯਾਰਕ ਵਿੱਚ ਇੰਟਰਵਿਊ ਤੇ ਬੁਲਾਇਆ। ਸਿਡਨੀ ਤੋਂ ਨਿਊਯਾਰਕ ਤੱਕ ਆਉਣ ਜਾਣ ਦਾ ਤੇ ਉੱਥੇ ਰਹਿਣ ਲਈ ਹੋਟਲ ਦਾ ਇੰਤਜ਼ਾਮ ਕੰਪਨੀ ਵੱਲੋਂ ਸੀ। ਇੰਟਰਵਿਊ ਹੋਈ ਤੇ ਕੰਪਨੀ ਨੇ ਉਸ ਨੂੰ ਅਮਰੀਕਾ ਵਿੱਚ ਹੀ ਨੌਕਰੀ ਦੇ ਦਿੱਤੀ। ਕੰਪਨੀ ਨੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਨਿਊਯਾਰਕ ਬੁਲਾ ਲਿਆ, ਪਰ ਉਸਦੇ ਮਾਂ-ਬਾਪ ਨੂੰ ਉੱਥੇ ਬੁਲਾਉਣ ਲਈ ਨਾ ਮੰਨੇ। ਪੁੱਤਰ ਵਾਪਸ ਸਿਡਨੀ ਆ ਕੇ ਆਪਣੇ ਪਰਿਵਾਰ ਨੂੰ ਲੈ ਗਿਆ ਤੇ ਮਾਂ-ਬਾਪ ਨਾਲ ਪੱਕੇ ਵਾਅਦੇ ਕਰ ਗਿਆ ਕਿ ਉਹ ਜਲਦੀ ਉਹਨਾਂ ਨੂੰ ਆਪਣੇ ਕੋਲ ਬੁਲਾਉਣ ਦਾ ਇੰਤਜ਼ਾਮ ਕਰ ਲਏਗਾ। ਇੰਤਜ਼ਾਮ ਹੁੰਦਿਆਂ ਕੁਝ ਸਾਲ ਲੰਘ ਗਏ ਤੇ ਇੱਕ ਦਿਨ ਅਚਾਨਕ ਉਸ ਦਾ ਪਤੀ ਇੱਕ ਐਕਸੀਡੈਂਟ ਵਿੱਚ ਮਾਰਿਆ ਗਿਆ। ਇੱਕ ਦਿਨ ਤਾਂ ਉਸ ਨੂੰ ਯਕੀਨ ਹੀ ਨਹੀਂ ਆਇਆ ਕਿ ਉਹ ਹੁਣ ਇਕੱਲੀ ਹੋ ਗਈ ਹੈ। ਉਸ ਦਾ ਪੁੱਤਰ ਉਸ ਨੂੰ ਕੁਝ ਦਿਨਾਂ ਲਈ ਆਪਣੇ ਕੋਲ ਅਮਰੀਕਾ ਲੈ ਗਿਆ। ਅਮਰੀਕਾ ਸਰਕਾਰ ਉਸ ਨੂੰ ਪੱਕੇ ਤੌਰ ਤੇ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਸੀ ਦੇ ਰਹੀ। ਹਾਂ, ਉਸ ਨੂੰ ਇੱਕ ਗ੍ਰੀਨ ਕਾਰਡ ਮਿਲ ਗਿਆ ਸੀ। ਉਸ ਗ੍ਰੀਨ ਕਾਰਡ ਨਾਲ ਉਹ ਹਰ ਸਾਲ ਕ੍ਰਿਸਮਸ ਦੀਆਂ ਛੁੱਟੀਆਂ ਕੱਟਣ ਆਪਣੇ ਪੁੱਤਰ ਕੋਲ ਇਸ ਉਮੀਦ ਨਾਲ ਚਲੀ ਜਾਂਦੀ ਕਿ ਇੱਕ ਦਿਨ ਉਸ ਨੂੰ ਅਮਰੀਕਾ ਵਿੱਚ ਆਪਣੇ ਪੁੱਤਰ ਕੋਲ ਪੱਕੇ ਤੌਰ ਤੇ ਰਹਿਣ ਦੀ ਇਜਾਜ਼ਤ ਮਿਲ ਜਾਏਗੀ। ਉਸ ਨੇ ਆਪਣੇ ਘਰ 'ਚ ਨਜ਼ਰ ਮਾਰੀ, ਇੱਕਦਮ ਸਾਫ਼ ਸੁਥਰਾ ਘਰ। ਜਦੋਂ ਵੀ ਉਹ ਛੁੱਟੀਆਂ ਕੱਟ ਕੇ ਵਾਪਸ ਆਉਂਦੀ ਤਾਂ ਉਸ ਨੂੰ 2-3 ਦਿਨ ਤਾਂ ਲੱਗ ਹੀ ਜਾਂਦੇ ਘਰ ਦੀ ਸਫਾਈ ਕਰਦਿਆਂ। ਸਫਾਈ ਕਰਦਿਆਂ ਉਹ ਆਪਣੇ ਆਪ ਨੂੰ ਇਕੱਲੀ ਮਹਿਸੂਸ ਕਰਦੀ ਤੇ ਆਪਣੇ ਸਵਰਗਵਾਸੀ ਪਤੀ ਨੂੰ ਯਾਦ ਕਰਦਿਆਂ ਰੋ ਪੈਂਦੀ। ਅੱਜ ਤਾਂ ਗੱਲ ਹੀ ਹੋਰ ਸੀ। ਉਸ ਦਾ ਦੋਸਤ ਉਸ ਦੇ ਨਾਲ ਸੀ। ਉਸ ਨੇ ਆਪ ਨੂੰ ਸੰਭਾਲਿਆ ਤੇ ਰਸੋਈ ਵਿੱਚ ਚਲੀ ਗਈ। ਉਸ ਨੇ ਫਰਿੱਜ ਖੋਲ੍ਹਿਆ, ਵੇਖ ਕੇ ਹੈਰਾਨ ਹੋ ਗਈ। ਫਰਿੱਜ ਸਬਜ਼ੀਆਂ, ਫਲਾਂ, ਦੁੱਧ, ਬ੍ਰੈਡ, ਆਂਡਿਆਂ ਨਾਲ ਭਰਿਆ ਪਿਆ ਸੀ। ਇਹ ਫਰਿੱਜ ਭਰਨ ਦਾ ਕੰਮ ਤਾਂ ਉਸ ਦਾ ਪਤੀ ਕਰਦਾ ਹੁੰਦਾ ਸੀ। ਇਹ ਯਾਦ ਕਰਕੇ ਫਿਰ ਉਸ ਦੀਆਂ ਅੱਖਾਂ ਭਰ ਆਈਆਂ। ਉਸ ਦੇ ਦੋਸਤ ਨੇ ਫਿਰ ਉਸ ਨੂੰ ਆਪਣੀਆਂ ਬਾਹਾਂ ਵਿੱਚ ਸਮੇਟ ਲਿਆ। ਉਸ ਦੀਆਂ ਕ੍ਰਿਸਮਸ ਦੀਆਂ ਛੁੱਟੀਆਂ ਦਾ ਸਿਲਸਿਲਾ ਚੱਲਦਾ ਰਿਹਾ। ਜਦੋਂ ਵੀ ਆਪਣੇ ਬੇਟੇ ਕੋਲ ਅਮਰੀਕਾ ਵਿੱਚ ਛੁੱਟੀਆਂ ਕੱਟ ਰਹੀ ਹੁੰਦੀ ਤਾਂ ਉਸ ਦਾ ਦੋਸਤ ਉਸਦੇ ਘਰ ਦੀ ਦੇਖਭਾਲ ਕਰਦਾ, ਘਰ ਦੀ ਸਫਾਈ ਕਰਦਾ, ਉਸਦੇ ਬਗੀਚੇ ਦੀ ਦੇਖਭਾਲ ਕਰਦਾ, ਬੂਟਿਆਂ ਨੂੰ ਵੇਲੇ ਸਿਰ ਪਾਣੀ ਦਿੰਦਾ। ਜੇ ਬਗੀਚੇ ਵਿੱਚ ਘਾਹ ਵੱਧ ਜਾਂਦਾ ਤਾਂ ਉਹ ਵੀ ਕੱਟ ਦਿੰਦਾ। ਉਸ ਦੀ ਟੋਇਟਾ ਕਰੋਲਾ ਵਾਲੀ ਕਾਰ ਦੀ ਤਾਂ ਖਾਸ ਹੀ ਦੇਖਭਾਲ ਕਰਦਾ, ਕਿਤੇ ਇਹ ਨਾ ਹੋਵੇ ਕਿ ਉਸ ਦੀ ਬੈਟਰੀ ਡੈਡ ਹੋ ਜਾਏ ਤੇ ਜਦੋਂ ਛੁੱਟੀਆਂ ਕੱਟ ਕੇ ਵਾਪਸ ਆਵੇ ਤਾਂ ਉਸ ਨੂੰ ਨਵੀਂ ਬੈਟਰੀ ਪਵਾਉਣੀ ਪੈ ਜਾਏ। ਉਸ ਦੇ ਵਾਪਸ ਆਉਣ ਤੋਂ ਇੱਕ ਦਿਨ ਪਹਿਲਾਂ ਫਰਿੱਜ ਨੂੰ ਸਬਜ਼ੀਆਂ, ਫਲਾਂ, ਦੁੱਧ, ਬ੍ਰੈਡ, ਆਂਡਿਆਂ ਨਾਲ ਭਰ ਦਿੰਦਾ। ਜਿਸ ਦਿਨ ਉਸ ਦੀ ਫਲਾਈਟ ਨੇ ਸਿਡਨੀ ਵਿੱਚ ਲੈਂਡ ਕਰਨਾ ਹੁੰਦਾ, ਉਹ ਵਕਤ ਸਿਰ ਉਸ ਦੇ ਪਸੰਦ ਦੇ ਫੁੱਲਾਂ ਦਾ ਗੁਲਦਸਤਾ ਲੈ ਕੇ ਉਸ ਨੂੰ ਜੀ ਆਇਆਂ ਕਹਿਣ ਲਈ ਏਅਰਪੋਰਟ ਤੇ ਪਹੁੰਚ ਜਾਂਦਾ। ਉਸ ਦੀ ਉਡੀਕ ਕਰਨ ਲੱਗਦਾ ਤੇ ਜਿਉਂ ਹੀ ਉਹ ਕਸਟਮ ਕਲੀਅਰ ਕਰਵਾ ਕੇ ਬਾਹਰ ਆਉਂਦੀ ਤਾਂ ਸਾਹਮਣੇ ਉਸ ਨੂੰ ਵੇਖਦੀ, ਫਿਰ ਦੌੜ ਕੇ ਉਸ ਦੀਆਂ ਬਾਹਾਂ ਵਿੱਚ ਸਿਮਟ ਜਾਂਦੀ। ਤੇ ਅੱਜ ਉਹ ਨਜ਼ਰ ਨਹੀਂ ਆਇਆ। ਉਸ ਨੇ ਇੱਧਰ ਉੱਧਰ ਨਜ਼ਰ ਦੌੜਾਈ। ਭੀੜ ਵਿੱਚ ਵਿਛੜੇ ਹੋਏ ਲੋਕ ਇੱਕ ਦੂਜੇ ਦੇ ਗਲ ਮਿਲ ਰਹੇ ਸਨ, ਪਰ ਉਹ ਕਿਤੇ ਨਜ਼ਰ ਨਹੀਂ ਸੀ ਆ ਰਿਹਾ। ਉਸ ਨੂੰ ਸਾਰਾ ਏਅਰਪੋਰਟ ਖਾਲੀ ਖਾਲੀ ਲੱਗਿਆ। ਉਸ ਨੇ ਸੋਚਿਆ ਸ਼ਾਇਦ ਰਸਤੇ ਵਿੱਚ ਟ੍ਰੈਫਿਕ ਜਾਮ ਹੋ ਗਿਆ ਹੋਵੇ। ਛੋਟਾ ਜਿਹਾ ਐਕਸੀਡੈਂਟ ਵੀ ਹੋ ਜਾਏ ਤਾਂ ਟ੍ਰੈਫਿਕ ਜਾਮ ਹੋ ਜਾਂਦਾ ਹੈ। ਐਕਸੀਡੈਂਟ ਦੇ ਖਿਆਲ ਤੋਂ ਉਸ ਨੂੰ ਆਪਣਾ ਪਤੀ ਯਾਦ ਆ ਗਿਆ। ਉਸ ਨੂੰ ਕਈ ਮਹੀਨੇ ਯਕੀਨ ਹੀ ਨਹੀਂ ਸੀ ਆਇਆ ਕਿ ਉਸ ਦਾ ਪਤੀ ਉਸ ਨੂੰ ਛੱਡ ਗਿਆ ਹੈ।
ਤੇ ਫਿਰ ਆਪਣੇ ਦੋਸਤ ਦੀ ਉਡੀਕ ਵਿੱਚ ਇੱਕ ਪਾਸੇ ਹੋ ਕੇ ਖਲੋ ਗਈ। ਉਸ ਦੀਆਂ ਨਜ਼ਰਾਂ ਬਾਹਰ ਵਾਲੇ ਦਰਵਾਜ਼ੇ ਤੇ ਟਿਕ ਗਈਆਂ, ਜਿੱਥੋਂ ਲੋਕ ਅੰਦਰ ਬਾਹਰ ਆਉਂਦੇ ਜਾਂਦੇ ਸਨ। ਉਸ ਨੂੰ ਖਿਆਲ ਆਇਆ ਕਿ ਉਹ ਤਿਆਰ ਵੀ ਤਾਂ ਹੌਲੀ ਹੌਲੀ ਹੁੰਦਾ ਹੈ, 2 ਘੰਟੇ ਲੱਗ ਜਾਂਦੇ ਹਨ ਉਸ ਨੂੰ ਤਿਆਰ ਹੋ ਕੇ ਘਰੋਂ ਬਾਹਰ ਨਿਕਲਦੇ ਆ। ਸਵੇਰੇ 5 ਵਜੇ ਏਅਰਪੋਰਟ ਤੇ ਪਹੁੰਚਣਾ ਕਿਹੜਾ ਸੌਖਾ ਹੈ। ਉਸ ਨੂੰ ਹਵਾਈ ਜਹਾਜ਼ ਦੇ ਲੰਬੇ ਸਫ਼ਰ ਦੀ ਥਕਾਵਟ ਮਹਿਸੂਸ ਹੋਣ ਲੱਗੀ। ਉਸ ਨੇ ਦੇਖਿਆ ਕਿ ਉਹ ਤਾਂ ਕੈਫੇ ਦੇ ਬਿਲਕੁਲ ਕੋਲ ਖੜੀ ਸੀ। ਉਸ ਨੇ 2 ਕੱਪ ਚਾਹ ਦੇ ਆਰਡਰ ਕੀਤੇ ਤੇ ਇੱਕ ਖਾਲੀ ਮੇਜ਼ ਵੇਖ ਕੇ ਬੈਠ ਗਈ, ਜਿਸ ਤੋਂ ਉਸ ਦੀਆਂ ਨਜ਼ਰਾਂ ਬਾਹਰ ਵਾਲੇ ਦਰਵਾਜ਼ੇ ਤੇ ਜਾ ਸਕਦੀਆਂ ਸਨ। ਉਸ ਨੂੰ ਪੂਰੀ ਉਮੀਦ ਸੀ ਕਿ ਜਦੋਂ ਤੱਕ 2 ਕੱਪ ਚਾਹ ਮੇਜ਼ ਤੇ ਆਉਣਗੇ, ਉਸ ਦਾ ਦੋਸਤ ਉਸ ਕੋਲ ਪਹੁੰਚ ਜਾਏਗਾ। 2 ਕੱਪ ਚਾਹ ਦੇ ਆ ਗਏ, ਪਰ ਉਸ ਦਾ ਦੋਸਤ ਨਹੀਂ ਆਇਆ। ਉਸ ਨੇ 2 ਕੱਪ ਚਾਹ ਵੱਲ ਵੇਖਿਆ। ਉਸ ਨੂੰ ਆਪਣਾ ਪਤੀ ਯਾਦ ਆ ਗਿਆ। ਪਤੀ ਦੀ ਮੌਤ ਨੂੰ ਕੁਝ ਦਿਨ ਹੀ ਹੋ ਗਏ ਸਨ, ਪਰ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਸ ਦਾ ਪਤੀ ਉਸ ਨਾਲ ਹਮੇਸ਼ਾ ਲਈ ਵਿਛੜ ਚੁੱਕਾ ਹੈ। ਉਹ ਇੱਕ ਸਵੇਰ ਉੱਠੀ, ਹਮੇਸ਼ਾ ਦੀ ਤਰ੍ਹਾਂ ਬੈੱਡ ਟੀ ਬਣਾਉਣ ਲਈ ਰਸੋਈ ਵਿੱਚ ਗਈ। 2 ਕੱਪ ਚਾਹ ਦੇ ਬਣਾਏ, ਟਰੇ ਵਿੱਚ ਰੱਖੇ ਤੇ ਟਰੇ ਫੜੀ ਆਪਣੇ ਬੈੱਡਰੂਮ ਵੱਲ ਤੁਰ ਪਈ। ਜਿਉਂ ਹੀ ਕਮਰੇ ਵਿੱਚ ਦਾਖਲ ਹੋਈ, ਉਸ ਨੂੰ ਆਪਣਾ ਬਿਸਤਰਾ ਖਾਲੀ ਨਜ਼ਰ ਆਇਆ। ਉਸ ਦੇ ਅੰਦਰੋਂ ਹੀ ਆਪਣੇ ਪਤੀ ਦੀ ਆਵਾਜ਼ ਆਈ, ਇਹ ਕੀ ਪਾਗਲਪਨ ਹੈ, ਮੈਂ ਤਾਂ ਤੈਨੂੰ ਹਮੇਸ਼ਾ ਲਈ ਛੱਡ ਕੇ ਜਾ ਚੁੱਕਾ ਹਾਂ। ਫਿਰ ਇਹ 2 ਕੱਪ ਚਾਹ ਦੇ ਕਿਸ ਲਈ ਲੈ ਕੇ ਆਈ। ਜਿਉਂ ਹੀ ਉਸਨੇ 2 ਕੱਪ ਚਾਹ ਦੇ ਵੱਲ ਵੇਖਿਆ, ਉਸ ਨੂੰ ਉਹਦਾ ਰੋਲ ਨਿਕਲ ਗਿਆ। ਉਸਨੇ 2 ਕੱਪ ਚਾਹ ਦੇ ਨਾਲ ਲੱਗਦੇ ਗੁਸਲਖਾਨੇ ਵਿੱਚ ਦੇ ਮਾਰੇ ਤੇ ਆਪ ਬਿਸਤਰੇ ਤੇ ਡਿੱਗ ਕੇ ਜ਼ੋਰ ਜ਼ੋਰ ਦੀ ਰੋਣ ਲੱਗੀ। ਅੱਜ ਫਿਰ 2 ਕੱਪ ਚਾਹ ਦੇ ਉਸਦੇ ਅੱਗੇ ਪਏ ਹਨ, ਪਰ ਉਸਦਾ ਦੋਸਤ ਨਹੀਂ ਸੀ ਆਇਆ। ਉਸਨੇ ਜਿਉਂ ਹੀ 2 ਕੱਪ ਚਾਹ ਵੱਲ ਵੇਖਿਆ, ਉਸਦੇ ਅੰਦਰ ਇੱਕ ਕਾਂਬਾ ਜਿਹਾ ਛਿੜ ਗਿਆ। ਉਸਨੇ ਆਰਡਰ ਹੀ 2 ਕੱਪ ਚਾਹ ਦਾ ਕੀਤਾ ਸੀ, ਇੱਕ ਆਪਣੇ ਲਈ ਤੇ ਇੱਕ ਆਪਣੇ ਦੋਸਤ ਲਈ। ਉਸਦਾ ਦੋਸਤ ਤਾਂ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਮਰ ਚੁੱਕਾ ਸੀ। ਇਹ ਖਬਰ ਉਸਦੇ ਦੋਸਤ ਦੇ ਬੇਟੇ ਨੇ ਉਸਨੂੰ ਅਮਰੀਕਾ ਭੇਜੀ ਸੀ, ਜਿੱਥੇ ਉਹ ਆਪਣੇ ਬੇਟੇ ਕੋਲ ਕ੍ਰਿਸਮਸ ਦੀਆਂ ਛੁੱਟੀਆਂ ਕੱਟ ਰਹੀ ਸੀ। ਉਸ ਨੂੰ ਇਹ ਖਬਰ ਬਿਲਕੁਲ ਝੂਠ ਝਾਪੀ ਸੀ, ਨਿਰਾ ਪੂਰਾ ਸਫੈਦ ਝੂਠ। ਉਸਨੇ ਬਿਲਕੁਲ ਯਕੀਨ ਨਹੀਂ ਸੀ ਕੀਤਾ ਕਿ ਇਹ ਖਬਰ ਸੱਚੀ ਹੈ। ਉਸਨੇ ਫਿਰ 2 ਕੱਪ ਚਾਹ ਵੱਲ ਨਜ਼ਰ ਮਾਰੀ। ਉਸਦਾ ਅੰਦਰ ਫਿਰ ਕੰਬ ਗਿਆ। ਉਸਨੇ ਆਰਡਰ ਹੀ 2 ਕੱਪ ਚਾਹ ਦਾ ਕੀਤਾ ਸੀ। ਉਸਨੇ ਬਾਹਰ ਦਰਵਾਜ਼ੇ ਵੱਲ ਨਜ਼ਰ ਮਾਰੀ। ਲੋਕ ਅਜੇ ਵੀ ਉਸ ਦਰਵਾਜ਼ੇ ਰਾਹੀਂ ਆ ਜਾ ਰਹੇ ਸਨ। ਉਸਦਾ ਦੋਸਤ ਨਹੀਂ ਸੀ ਆ ਰਿਹਾ। ਉਸ ਨੂੰ ਯਕੀਨ ਹੋ ਗਿਆ ਕਿ ਉਹ ਕਦੀ ਨਹੀਂ ਆਏਗਾ। ਉਸ ਦੀਆਂ ਅੱਖਾਂ ਭਰ ਆਈਆਂ। ਉਸਦਾ ਜੀ ਕੀਤਾ ਕਿ ਜ਼ੋਰ ਦੀ ਚੀਕਾਂ ਮਾਰ ਕੇ ਰੋਵੇ। ਉਸ ਦੀ ਇੱਕ ਹਿਚਕੀ ਜਿਹੀ ਨਿਕਲੀ ਤੇ ਥੋੜਾ ਜਿਹਾ ਰੋਣ ਵੀ ਨਿਕਲ ਗਿਆ। ਉਸ ਦੇ ਆਲੇ ਦੁਆਲੇ ਮੇਜ਼ਾਂ ਤੇ ਬੈਠੇ ਲੋਕ ਹੈਰਾਨੀ ਨਾਲ ਉਸ ਵੱਲ ਵੇਖਣ ਲੱਗੇ। ਉਸਨੇ ਆਪਣੇ ਆਪ ਨੂੰ ਸੰਭਾਲ ਲਿਆ। ਆਲੇ ਦੁਆਲੇ ਬੈਠੇ ਲੋਕਾਂ ਨੂੰ ਇੱਕ ਝੂਠੀ ਜਿਹੀ ਮੁਸਕਰਾਹਟ ਦਿੱਤੀ। ਆਪਣਾ 2 ਪਹੀਆਂ ਵਾਲਾ ਸੂਟਕੇਸ ਸੰਭਾਲਿਆ। ਸੂਟਕੇਸ ਨੂੰ ਵੇਖ ਕੇ ਉਸ ਨੂੰ ਜਾਪਿਆ ਕਿ ਹੁਣ ਉਸ ਦੀ ਜ਼ਿੰਦਗੀ ਵੀ ਇੱਕ 2 ਪਹੀਆਂ ਵਾਲਾ ਸੂਟਕੇਸ ਬਣ ਗਈ ਹੈ, ਜਿਸ ਦੇ ਲੰਬੇ ਹੈਂਡਲ ਨੂੰ ਫੜ ਕੇ ਉਸ ਨੂੰ ਘਸੀਟ ਕੇ ਆਪਣਾ ਜੀਵਨ ਸਫ਼ਰ ਪੂਰਾ ਕਰਨਾ ਪਵੇਗਾ। ਉਸਨੇ ਆਪਣਾ ਹੈਂਡਬੈਗ ਮੋਢੇ ਤੇ ਲਟਕਾਇਆ, 2 ਕੱਪ ਚਾਹ ਦੇ ਉੱਥੇ ਹੀ ਛੱਡ ਕੇ ਜਲਦੀ ਨਾਲ ਉਸ ਦਰਵਾਜ਼ੇ ਵਿੱਚੋਂ ਸੂਟਕੇਸ ਨੂੰ ਉਸਦੇ ਲੰਬੇ ਹੈਂਡਲ ਤੋਂ ਫੜ ਕੇ ਘਸੀਟਦੀ ਹੋਈ ਬਾਹਰ ਨਿਕਲ ਗਈ।